ਜਸਬੀਰ ਮੰਡ ਦਾ ਨਾਵਲ ਹੈ ਬੋਲ ਮਰਦਾਨਿਆਂ। ਕਾਂਡ 16। ਫਿਰ ਬਲਦਾਂ ਦੇ ਗਲਾਂ ਦੀਆਂ ਟੱਲੀਆਂ ਤੇ ਡੰਗਰਾਂ ਦੇ ਗਲਾਂ ਦੀਆਂ ਟੱਲੀਆਂ ਦੀ ਟੁਣਕਾਰ ਵਿਚਲਾ ਫਰਕ ਸੁਣਨ ਲੱਗਾ। ਸ਼ਾਇਦ ਤਲਵੰਡੀ ਨੇੜੇ ਆ ਰਿਹਾ ਸੀ। ਸੂਰਜ ਚੜ੍ਹਿਆ, ਚਾਨਣ ਨੇ ਰੰਗ ਬਦਲੇ। ਦੂਰ ਤੱਕ ਤਲਵੰਡੀ ਦੇ ਖੇਤਾਂ ਦੇ ਵਿਛਾਉਣੇ ਦਿਸਣ ਲੱਗੇ। ਹਾੜੀ ਵੱਡੀ ਹੋ ਰਹੀ ਸੀ। ਸਰੋਂ ਦੇ ਖੇਤਾਂ ਦੀਆਂ ਪੀਲੀਆਂ ਪੰਖੜੀਆਂ ਨਾਲ ਲਿਬੜੀਆਂ ਤਿਤਲੀਆਂ ਜਾਗ ਪਈਆਂ ਸਨ। ਗੰਦਲਾਂ ਉੱਤੇ ਟਿਕੀਆਂ ਉਸ ਦੀਆਂ ਬੂੰਦਾਂ ਥਿੰਦੀਆਂ ਹੋ ਥੱਲੇ ਵੱਲ ਖਿਸਕ ਰਹੀਆਂ ਸਨ। ਮਰਦਾਨੇ ਨੇ ਤਲਵੰਡੀ ਲਈ ਕੁਝ ਕਹਿਣਾ ਚਾਹਿਆ। ਪਹਿਲਾਂ ਅਸਮਾਨ ਦਾ ਤਾਜ਼ਾ ਅਸਮਾਨੀ ਰੰਗ ਵੇਖਿਆ, ਇਲਾਕਾਈ ਪੰਛੀਆਂ ਦੇ ਕੁਦਰਤੀ ਗੀਤ ਸੁਣੇ, ਉਸ ਨਾਲ ਗਿੱਲੀਆਂ ਹੋਈਆਂ ਪੁਰਾਣੀਆਂ ਪੈੜਾਂ ਵੇਖੀਆਂ। ਜੀ ਕੀਤਾ ਇਸ ਤਰ੍ਹਾਂ ਹੀ ਭਰੇ ਭਰਾਏ ਦੋਵੇਂ ਪਿੰਡ ਅੰਦਰ ਚਲੇ ਜਾਣ। ਕੁਝ ਕਹਿਣਾ ਕਿਤੇ ਕੁਝ ਰੋਕ ਹੀ ਨਾ ਦੇਵੇ। ਹੁਣ ਉਹ ਬਾਬੇ ਦੇ ਖੇਤਾਂ ਵਿਚਲੀ ਪਹੀ 'ਚੋਂ ਲੰਘ ਰਹੇ ਸਨ। ਦੋਵੇਂ ਪਾਸੇ ਮਹਿਤਾ ਕਾਲੂ ਦੇ ਖੇਤ ਸਨ। ਇੱਕ ਫਕੀਰੀ ਤਲਵੰਡੀ ਦੀ ਮਿੱਟੀ ਦੇ ਸਵਾਸਾਂ 'ਚ ਸਾਹ ਲੈਂਦੀ ਜਾਪੀ। ਅੱਗੇ ਦੂਰ ਤੱਕ ਰਾਏ ਬੁਲਾਰ ਦੇ ਖੇਤਾਂ ਦੀ ਝਲਕ ਸੀ। ਪਹਿਲਾਂ ਅੰਮੀ ਕੋਲ ਜਾਵੀਂ। ਬਾਬੇ ਦੀ ਆਵਾਜ਼ ਨਾਲ ਚੰਦਰਭਾਨ ਸੰਧੂ ਦਾ ਖੂਹ ਦਿਸਿਆ, ਨਹੀਂ ਤਾਂ ਮਸਤੀ 'ਚ ਉਹਨੇ ਕੋਲੋਂ ਲੰਘ ਜਾਣਾ ਸੀ। ਉਹ ਹਾਲੇ ਸੋਚ ਹੀ ਰਿਹਾ ਸੀ, ਬਾਬੇ ਨੇ ਖੂਹ ਕੋਲ ਪੰਡੋਕਲੀ ਤੇ ਕਾਸਾ ਰੱਖ ਵੀ ਦਿੱਤੇ। ਬੈਠਣ ਤੋਂ ਪਹਿਲਾਂ ਮਰਦਾਨੇ ਨੇ ਪੁੱਛਿਆ, ਬਾਬਾ ਇਕੱਲੇ ਆਈ? ਹਲਕੀ ਜਿਹੀ ਮੁਸਕਾਨ ਨਾਲ ਉਹਨੇ ਬਾਬੇ ਦਾ 2 ਵਾਰ ਸਿਰ ਹਿਲਦਾ ਵੇਖਿਆ। ਠੰਡੀ ਠਾਰ ਸਵੇਰ ਦੀ ਲੰਬੀ ਤੋਰ ਨੇ ਬਾਬੇ ਦੇ ਮੱਥੇ ਤੇ ਹਲਕੀ ਹਲਕੀ ਪਸੀਨੇ ਦੀ ਪਰਤ ਚੜ੍ਹਾਤੀ ਸੀ। ਘਰ ਲਿਜਾਣ ਲਈ ਤਾਂ ਕੁਝ ਵੀ ਨਹੀਂ ਸੀ। ਮਰਦਾਨੇ ਨੇ ਗਲ ਵਾਲੇ ਹਰੇ ਸਾਫੇ ਨੂੰ ਥੋੜ੍ਹਾ ਅੱਗੇ ਪਿੱਛੇ ਕੀਤਾ। 4 ਕਦਮ ਅੱਗੇ ਪੁੱਟ ਇੱਕ ਵਾਰ ਫਿਰ ਪਿੱਛੇ ਵੱਲ ਵੇਖਿਆ। ਪਲ ਪਲ 'ਚ ਸੁਤੰਤਰਤਾ ਲਈ ਤੁਰਦੇ ਕਦਮ ਕੁਝ ਦੇਰ ਲਈ ਰੁਕ ਗਏ। ਅਗਲੇ ਕਦਮਾਂ ਨਾਲ ਉਹਨੂੰ ਤਲਵੰਡੀ ਆਪਣੀ ਅਸਲ ਦੂਰੀ ਤੇ ਦਿਸੀ। ਉਹਨੂੰ ਪਤਾ ਸੀ ਤਲਵੰਡੀ 'ਚ ਸਵਾਲ ਜਿਉਂਦੇ ਤਿਉਂ ਉਹਦੇ ਸਾਹਮਣੇ ਦੁਹਰਾਏ ਜਾਣਗੇ। ਇੱਕ ਅਤੀਤ ਤੋਂ ਦੂਜੇ ਅਤੀਤ ਵੱਲ ਜਾਂਦੀ ਨਜ਼ਰ 'ਚ ਜੇ ਉਹ ਕੁਝ ਦੇਰ ਲਈ ਰੁਕ ਜਾਏ ਤਾਂ ਸਾਹਸ ਭਰਿਆ ਜਾ ਸਕਦਾ ਸੀ। ਉਹਨੇ ਇੱਕ ਵਾਰੀ ਫੇਰ ਪਿੱਛੇ ਮੁੜ ਕੇ ਵੇਖਿਆ। ਬਾਬਾ ਤਾਂ ਕਾਰਨਾਂ ਵਿੱਚ ਵੀ ਆਰਾਮ ਕਰ ਰਿਹਾ ਸੀ। ਇਸ ਤੋਂ ਬਾਅਦ ਪਿੱਛੇ ਮੁੜ ਕੇ ਵੇਖਣ ਦਾ ਕੋਈ ਫਾਇਦਾ ਵੀ ਨਹੀਂ ਸੀ। ਅੱਗੇ ਪਿੰਡ ਸ਼ੁਰੂ ਹੋ ਰਿਹਾ ਸੀ। ਕਾਸੇ 'ਚੋਂ ਰਾਤ ਦੇ ਗਜ਼ਾ ਕੀਤੇ ਭੋਜਨਾਂ ਦੀ ਖੁਸ਼ਬੂ ਆਈ, ਪਰ ਸੱਜਰੇ ਗੁੰਨੇ ਆਟੇ ਦੀ ਖਮੀਰੀ ਮਹਿਕ ਨੇ ਉਹਨੂੰ ਰੋਕ ਦਿੱਤਾ। ਚੁਗਾਠਾਂ ਤੇ ਬਣੇ ਮੂਰਤੀਆਂ ਦੇ ਜਾਣੇ ਪਛਾਣੇ ਮੜੰਗੇ ਦਿਸਣ ਲੱਗੇ। ਸਵੇਰੇ ਸਵੇਰੇ ਲੋਕ ਹਾਲੇ ਘਰਾਂ ਤੋਂ ਨਹੀਂ ਸੀ ਨਿਕਲੇ। ਫਿਰ ਵੀ ਕਦੇ ਵੀ ਕਿਸੇ ਵੀ ਪ੍ਰਸ਼ਨ ਦਾ ਆਰੰਭ ਹੋ ਸਕਦਾ ਸੀ। ਸਫ਼ਰਾਂ ਦੀਆਂ ਯਾਦਾਂ ਬਾਰੇ ਅੰਮੀ ਦੇ ਡਰ ਡਰ ਕੇ ਕੀਤੇ ਸਵਾਲ ਲਲਾਰੀਆਂ ਦੀ ਗਲੀ 'ਚ ਡੱਬ ਖੜੱਬੇ ਹੋ ਰਹੇ ਸਨ। ਸਾਹਮਣੇ ਪਿੰਡ ਦੇ ਟੋਭੇ 'ਚ ਦੁੱਧ ਵਧਾਉਂਦੀ ਤੀਵੀਂ ਵੱਲ ਵੇਖਿਆ। ਕੰਢੇ ਤੇ ਖੜੇ ਬਰੋਟੇ ਦੇ ਸਿਰ ਤੇ ਟਾਹਲੀਆਂ ਉੱਪਰੋਂ ਧਰਤੀ ਵੱਲ ਉਤਰੀਆਂ ਜੜ੍ਹਾਂ ਹੋਰ ਸੰਘਣੀਆਂ ਦਿਸੀਆਂ। ਦੁੱਧ ਵਧਾ ਕੇ ਉਸ ਤੀਵੀਂ ਨੇ ਮਰਦਾਨੇ ਵੱਲ ਧਿਆਨ ਨਾਲ ਵੇਖਿਆ। ਇਹ ਉਹੀ ਥਾਵਾਂ ਸਨ ਜਿੱਥੋਂ ਦੌਲਤਾ ਮਾਸੀ ਨੇ ਅਨੇਕਾਂ ਵਾਰ ਪੁੱਛਿਆ ਸੀ, ਭਾਈ ਕਿਸੇ ਨੇ ਨਾਨਕ ਤਾਂ ਨਹੀਂ ਵੇਖਿਆ? ਫਿਰ ਮੰਦਰ ਤੇ ਮਸੀਤ ਸਾਹਮਣੇ ਆਪਣਾ ਖੂਹ ਦਿਸਿਆ। ਆਪਣੇ ਘਰ ਦੀ ਦੇਹਲੀ ਉੱਪਰ ਅੱਧ ਖੁੱਲ੍ਹੇ ਬੂਹੇ ਦਾ ਪਰਛਾਵਾਂ ਦੇਖਿਆ। ਜਦੋਂ ਮਰਦਾਨੇ ਨੇ ਘਰ ਅੰਦਰ ਵੇਖਿਆ ਤਾਂ ਅੰਮੀ ਦੀ ਪਿੱਠ ਗਲੀ ਵੱਲ ਸੀ। ਉਹਦੀ ਪਿੱਠ ਪਿੱਛੇ ਅੱਬਾ ਦਾ ਦੈਂਗੜਾ ਪਿਆ ਸੀ, ਜਿੱਥੋਂ ਸਾਫ਼ ਜ਼ਾਹਰ ਸੀ ਉਹ ਕਿਤੇ ਨੇੜੇ ਤੇੜੇ ਹੀ ਹੈ। ਤੇ ਜਦੋਂ ਤੱਕ ਉਹ ਅੰਮੀ ਦੇ ਬਿਲਕੁਲ ਅੱਗੇ ਨਹੀਂ ਗਿਆ, ਉਹ ਅੰਮੀ ਦੇ ਨਜ਼ਰ ਹੀ ਨਹੀਂ ਪਿਆ। ਉਹਨੇ ਝੁੱਕ ਕੇ ਅੰਮੀ ਦੇ ਦੋਵੇਂ ਹੱਥ ਸਿਰ ਤੇ ਕੀਤੇ। ਅਚਾਨਕ ਮਿਲੀ ਖੁਸ਼ੀ ਤੋਂ ਉੱਠ ਨਾ ਸਕੀ। ਰਬਾਬ ਦੇ ਪਿੱਛੋਂ ਹੱਥ ਘੁਮਾ ਕੇ ਉਹਨੇ ਆਪਣੀ ਮਰਜ਼ੀ ਨਾਲ ਸਿਰ ਪਲੋਸਿਆ। ਸਾਜ਼ ਨੂੰ ਸਾਜ਼ ਕੋਲ ਟੰਗਦੇ ਅੰਮੀ ਖੜੀ ਹੋ ਗਈ ਸੀ। ਸਭ ਪੁਰਾਣੇ ਸਾਜ਼ ਪੁਰਾਣੀ ਜਗ੍ਹਾ ਟੰਗੇ ਸਨ। ਪਹਿਲੀ ਵਾਰ ਬੇਗਮ ਨਾਲ ਨਜ਼ਰ ਮਿਲੀ। ਉਹਦੀਆਂ ਭੂਰੀਆਂ ਅੱਖਾਂ ਵਿਚਲੀ ਮਿੱਟੀ ਰੰਗੀ ਪੁਤਲੀ ਸਿੱਲ ਨਾਲ ਹਲਕੀ ਹਲਕੀ ਗੁਲਾਬੀ ਹੋ ਗਈ ਸੀ। ਉਹਨੇ 2 ਵਾਰ ਅੱਖਾਂ ਪੁੱਟ ਕੇ ਪਾਣੀ ਬਾਹਰ ਕੱਢਿਆ। ਸ਼ਾਇਦ ਕੁਝ ਸਪਸ਼ਟ ਨਜ਼ਰ ਨਹੀਂ ਸੀ ਆ ਰਿਹਾ। ਉਹ ਕੰਬਦੇ ਪੈਰਾਂ ਨੂੰ ਸੰਭਾਲਦੀ ਹੋਰ ਨੇੜੇ ਆਈ। ਸ਼ੁਕਰ ਏ, ਮਰਾਸਨ ਦਾ ਘਰ ਵੀ ਯਾਦ ਆਇਆ। ਪੀਰਾਂ ਫਕੀਰਾਂ ਨਾਲ ਰਹਿ ਕੇ ਆਪਣਿਆਂ ਦੇ ਦੁੱਖ ਕਾਹਨੂੰ ਯਾਦ ਰਹਿੰਦੇ ਨੇ। ਉਹਨੇ ਮਰਦਾਨੇ ਨੂੰ ਸਾਜਿਦ ਤੇ ਵਾਜਿਦ ਨੂੰ ਗਲਵੱਕੜੀ 'ਚ ਲੈਂਦਿਆਂ ਵੇਖ ਕੇ ਗੱਲ ਜਾਰੀ ਰੱਖੀ। ਤਲਵੰਡੀ ਤਾਂ ਤੇਰੇ ਲਈ ਚਸਕਾ ਹੈ। ਜਦ ਕਦੇ ਜੀ ਕਰਿਆ ਘੁੰਮ ਗਿਆ। ਇੱਕ ਵਾਰੀ ਉਹਦਾ ਜੀ ਕੀਤਾ ਹੁਣੇ ਮੁੜ ਜਾਵਾਂ। ਦੂਰੋਂ ਜਿੰਨਾ ਆਸਾਨ ਤਲਵੰਡੀ ਵੱਲ ਆਉਣਾ ਲੱਗਦਾ ਹੈ, ਓਨਾ ਇਹਦੇ ਅੰਦਰ ਆ ਕੇ ਨਹੀਂ ਜਾਪਦਾ। ਫਿਰ ਅੰਮੀ ਦਾ ਹੱਥ ਮੋਢੇ ਤੇ ਆ ਟਿਕਿਆ। ਤੇਰੇ ਪਿੱਛੋਂ ਭੈਰੋ ਆਣੇ ਵਾਲਾ ਇੰਦਰ ਸੈਨ ਆਇਆ ਸੀ। ਮੱਲੋ ਮੱਲੀ ਸਾਰੇ ਪੁਰਾਣੇ ਸਾਜ਼ਾਂ ਨੂੰ ਸੁਰ 'ਚ ਕਰ ਗਿਆ। ਮਰਦਾਨੇ ਨੇ ਮਾਂ ਵੱਲ ਵੇਖਿਆ। ਅਜਿਹੇ ਵੇਲੇ ਅਜਿਹੇ ਸਾਥ ਦੀ ਜ਼ਰੂਰਤ ਸੀ।
ਛੋਟਾ ਵਿਹੜਾ ਬੱਚਿਆਂ ਨਾਲ ਭਰ ਗਿਆ ਸੀ। ਸਭ ਕਹਿ ਰਹੇ ਸਨ ਅਸੀਂ ਸਾਜਿਦ ਵਾਜਿਦ ਦੇ ਅੱਬਾ ਨੂੰ ਵੇਖਣਾ। ਹੁਣ ਅੰਮੀ ਨਾਲ ਥੋੜ੍ਹੀ ਬੇਗਮ ਵੀ ਖੁਸ਼ ਨਜ਼ਰ ਆਈ। ਪਾਣੀ ਪੀ ਕੇ ਜਦੋਂ ਫਿਰ ਅੰਮੀ ਕੋਲ ਬੈਠਿਆ ਤਾਂ ਅੰਮੀ ਨੇ ਫਿਰ ਗੱਲ ਛੇੜ ਲਈ। ਮੈਨੂੰ ਆਪਣੇ ਅਖੀਰ ਨਾਲ ਬਹੁਤ ਮੋਹ ਹੋ ਗਿਆ ਪੁੱਤ, ਜਦੋਂ ਦਾ ਤੂੰ ਘਰ ਛੱਡਿਆ। ਅੰਮੀ ਮੈਂ ਤੈਨੂੰ ਕਿੱਥੇ ਛੱਡਿਆ? ਥੋੜ੍ਹਾ ਗਰਜੀ ਬਣ ਜਾ ਪੁੱਤ, ਸਭ ਕੁਝ ਤੋੜ ਕੇ ਨਹੀਂ ਸਰਦਾ। ਕੀਲੇ ਤੇ ਟੰਗੇ ਚੋਗੇ ਦੀ ਵੱਖੀ ਵਾਲੀ ਜੇਬ 'ਚ ਹੱਥ ਪਾਉਂਦੀ ਬੇਗਮ ਦੇ ਜਦੋਂ ਮਿਜ਼ਰਾਬ ਹੱਥ 'ਚ ਆਇਆ ਉਹਨੇ ਟੋਹ ਕੇ ਉੱਥੇ ਹੀ ਛੱਡਤਾ। ਉਹ ਥੋੜ੍ਹਾ ਮੁਸਕਰਾਈ। ਅੰਮੀ ਨੇ ਵੀ ਵੇਖ ਲਿਆ ਸੀ। ਪੁੱਤ ਤੇਰੇ ਕੋਲ ਓੜਨ ਲਈ ਇਹੋ ਕੱਪੜੇ ਨੇ? ਨਹੀਂ ਅੰਮੀ, ਲਾਲੋ ਦੇ ਘਰ ਪਏ ਨੇ। ਲਾਗ ਦੇ ਘਰੋਂ ਠੱਕ ਠੱਕ ਚੀਂ ਚੀਂ ਕਰਦੇ ਦਰਵਾਜ਼ਿਆਂ ਦੀਆਂ ਆਵਾਜ਼ਾਂ ਪਹਿਲਾਂ ਨਾਲੋਂ ਜ਼ਿਆਦਾ ਆ ਰਹੀਆਂ ਸਨ। ਕਈ ਵਾਰ ਤਾਂ ਕਿਸੇ ਲੰਬੀ ਚੀਖ ਵਰਗੀ ਆਵਾਜ਼ ਸੁਣਦੀ। ਝੜੀ ਲੱਗੀ ਸੀ ਕਈ ਦਿਨਾਂ ਤੋਂ। ਜ਼ਿਆਦਾ ਘਰਾਂ ਦੇ ਦਰਵਾਜ਼ੇ ਪੂਰੇ ਨਹੀਂ ਭਿੜਦੇ। ਕੁਛ ਦੇਰ ਉਹ ਮਰਦਾਨੇ ਵੱਲ ਇੱਕ ਟੱਕ ਵੇਖਦੀ ਰਹੀ। ਨਾਨਕ ਵੀ ਆਇਆ ਤੇਰੇ ਨਾਲ? ਪਰ ਇਸ ਨਾਂ ਨਾਲ ਤਾਂ ਮਰਦਾਨੇ ਦਾ ਜਾਣਾ ਜੁੜਿਆ ਸੀ। ਉਹ ਪੁੱਛਣੋਂ ਰੁਕ ਗਈ। ਬਾਹਰ ਦੇਹਲੀ ਤੇ ਭਗਵਿਆਂ ਵਿੱਚ ਕੋਈ ਸਾਧੂ ਬਾਰ-ਬਾਰ ਪੱਕੇ ਅੰਨ ਦੀ ਮੰਗ ਕਰ ਰਿਹਾ ਸੀ। ਉਹਦੇ ਖੜੇ ਰਹਿਣ ਦੀ ਜ਼ਿੱਦ ਤੇ ਰੱਖੀ ਨੇ ਬਾਂਹ ਕੱਢ ਕੇ ਕਿਹਾ, ਜਾ, ਸਾਡੇ ਪਹਿਲਾਂ ਹੀ ਹੈਗਾ। ਇਸ ਵਾਰੀ ਉਹਨੇ ਕਿਸੇ ਵੱਲ ਨਹੀਂ ਵੇਖਿਆ। ਵਿਹੜੇ 'ਚ ਖੇਡਦੇ ਬੱਚੇ ਸਾਜਿਦ ਵਾਜਿਦ ਦੇ ਅੱਬਾ ਨੂੰ ਪਛਾਣ ਮੌਜ ਮਸਤੀ ਕਰਨ ਲੱਗੇ। ਦਰ ਤੇ ਖੜੇ ਸਾਧੂ ਦੀ ਜ਼ਿੱਦ ਤੇ ਰੱਖੀ ਹੋਰ ਤਲਖ ਹੋਈ। ਤੁਹਾਨੂੰ ਸਾਧੋ ਹਰ ਚੀਜ਼ ਆਸਾਨ ਦਿਸਦੀ ਹੈ, ਤਾਂ ਹੀ ਮੰਗਣਾ ਔਖਾ ਨਹੀਂ ਲੱਗਦਾ। ਮਰਦਾਨੇ ਨੇ ਹਰੇ ਰੰਗ ਦੇ ਚੋਗੇ ਉੱਪਰ ਮਹਿੰਦੀ ਰੰਗੀ ਚਾਦਰ ਦੀ ਬੁੱਕਲ ਮਾਰੀ। ਅੰਮੀ ਨੇ ਗਲ 'ਚ ਮਾਲਾ ਦੇ ਮਣਕਿਆਂ ਦੇ ਖੜਕਣ ਦੀ ਆਵਾਜ਼ 'ਚ ਕੁਝ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਪੁੱਤ ਨਾਨਕ ਦੇ ਘਰ ਦੱਸਣ ਚੱਲਿਆ? ਹਾਂ ਅੰਮੀ, ਜਾ, ਦਿਆ ਮਾਂ ਨੂੰ ਦਿਲਾਸਾ। ਨਾਲੇ ਉਸ ਬੇਗਾਨੀ ਧੀ ਦਾ ਧੀਰ ਧਰਿਆ ਜਾਊ। ਕਿੰਨੇ ਸੋਹਣੇ ਬੱਚੇ ਨੇ ਬਲੂੰਗੜੇ ਜੇ। ਚਲੋ ਹੁਣ ਤਾਂ ਪਲ ਗਏ, ਐਵੇਂ ਤਾਂ ਨਹੀਂ ਫਕੀਰ ਬਣਨ ਤੇ ਮਾਵਾਂ ਦੇ ਕਾਲਜੇ ਬੈਠਦੇ। ਉਹਨੇ ਅੰਮੀ ਦੀਆਂ ਅੱਖਾਂ 'ਚੋਂ ਤ੍ਰਿਪ ਤ੍ਰਿਪ ਚੌਂਦੇ ਅੱਥਰੂ ਵੇਖੇ। ਭਰੇ ਵਿਹੜੇ 'ਚ ਬੱਚੇ ਉੱਚੀ ਉੱਚੀ ਰੌਲਾ ਪਾ ਰਹੇ ਸਨ। ਇਹ ਸਾਜਿਦ ਵਾਜਿਦ ਦੇ ਅੱਬਾ ਦੀ ਪਛਾਣ ਤੋਂ ਬਾਅਦ ਦਾ ਜਸ਼ਨ ਸੀ। ਜੀ ਤਾਂ ਕੀਤਾ ਪਹਿਲਾਂ ਸਿਆਮੇ ਪੰਡਤ ਦੇ ਘਰ ਜਾ ਕੇ ਪੁੱਛਾਂ, ਤੂੰ ਮੂਲੇ ਪਟਵਾਰੀ ਨਾਲ ਕਿਉਂ ਤੁਰਿਆ? ਪਰ ਘਰੋਂ ਨਿਕਲਦੇ ਵਕਤ ਬੇਗਮ ਦੇ ਕਈ ਲਫ਼ਜ਼ ਜਿਹੜੇ ਮਗਰ ਨਹੀਂ ਤੁਰੇ, ਤੂੰ ਉਹਨਾਂ ਪਿੱਛੇ ਕਿਉਂ ਤੁਰਿਆ? ਅਜਿਹੇ ਲਫ਼ਜ਼ਾਂ ਤੋਂ ਸੰਭਲਣ ਲਈ ਘੱਟੋ ਘੱਟ ਤਲਵੰਡੀ ਵਿੱਚ ਤਾਂ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ। ਪਰ ਉਸ ਤੋਂ ਪਹਿਲਾਂ ਮਸੀਤ ਅੱਗੇ ਭੰਗ ਪੀਂਦੇ ਭੰਗੀ ਦੀ ਆਵਾਜ਼ ਸੁਣੀ। ਤੂੰ ਤਾਂ ਭੁੱਲ ਹੀ ਗਿਆ ਮਰਦਾਨਿਆ, ਅੱਗੇ ਕਦੇ ਕਬੀਰ ਫਰੀਦ ਦੇ ਪਦ ਸੁਣ ਲੈਂਦੇ ਸੀ, ਹੁਣ ਉਹ ਗਾਉਣ ਵੀ ਸੁਣਨੋਂ ਗਿਆ। ਤੈਨੂੰ ਕਿਵੇਂ ਭੁੱਲ ਸਕਦਾ ਮੈਂ? ਉਹੀ ਗੱਲ ਹੋਈ, ਜਿੰਨੀ ਦੂਰ ਚੰਦ ਉਨਾ ਲੰਬਾ ਪਰਛਾਵਾਂ। ਲੰਬਾ ਸੂਟਾ ਭਰ ਕੇ ਉਹ ਮੁੜ ਕੇ ਕੁਝ ਨਹੀਂ ਬੋਲਿਆ। ਸਿਆਮੇ ਪੰਡਤ ਦਾ ਘਰ, ਰੁਕਮਦੀਨ ਦੀ ਡਿਊੜੀ ਤੇ ਰਾਏ ਬੁਲਾਰ ਦੀ ਹਵੇਲੀ ਸਭ ਲੰਘ ਗਏ ਸਨ। ਵਿਹੜੇ 'ਚ ਸੁਲੱਖਣੀ ਸ੍ਰੀ ਚੰਦ ਦੇ ਮੀਡੀਆਂ ਕਰਦੀ ਦਿਸੀ। ਅਜਿਹਾ ਹੀ ਵੇਲਾ ਔਖਾ ਲੱਗਦਾ ਜਦੋਂ ਘਰ ਅੰਦਰ ਉਡੀਕਦੇ ਚਿਹਰਿਆਂ ਦੀ ਇਕਾਗਰਤਾ ਉੱਤੇ ਥੱਕੀਆਂ ਥੱਕੀਆਂ ਨਜ਼ਰਾਂ ਪਾਸਾ ਵੱਟਦੀਆਂ ਦਿਸਦੀਆਂ ਨੇ। ਅੱਜ ਉਹਨੇ ਸੁਲੱਖਣੀ ਦੇ ਚਿਹਰੇ ਤੇ ਇੱਕ ਸਹਿਮ ਵੀ ਵੇਖਿਆ। ਸ਼ਾਇਦ ਉਸ ਦਿਨ ਦੇ ਅਪਮਾਨ ਲਈ ਗੁਰੂ ਚੇਲਾ ਇਕੱਠੇ ਹੀ ਆਏ ਹੋਣ। ਮੂਲਾ ਤੇ ਚੰਦੋ ਨੇ ਪੱਖੋ ਕੀ ਨੇੜੇ ਕੀਰਤਨ ਵੇਲੇ ਜੋ ਬੇਇੱਜ਼ਤੀ ਕੀਤੀ ਸੀ, ਆਉਂਦੀ ਹੋਈ ਸੁਲੱਖਣੀ ਵੀ ਆਪਣੇ ਮਾਂ-ਬਾਪ ਦੀ ਹਮਾਇਤ ਕਰ ਆਈ ਸੀ। ਪਰ ਮਰਦਾਨੇ ਨੇ ਝੁੱਕ ਕੇ ਪ੍ਰਣਾਮ ਕੀਤਾ। ਅੱਜ ਪਹਿਲੀ ਵਾਰ ਹੋਇਆ ਕਿ ਮਾਤਾ ਤ੍ਰਿਪਤਾ ਦੇ ਪੈਰੀਂ ਹੱਥ ਲਾਉਣ ਤੋਂ ਪਹਿਲਾਂ ਉਹਨੇ ਇੱਕ ਵੀ ਲਫ਼ਜ਼ ਨਹੀਂ ਸੁਣਿਆ। ਉਹਨੇ ਸਿੱਧਾ ਹੋ ਕੇ ਇੱਕ ਵਾਰ ਫਿਰ ਝੁੱਕ ਕੇ ਪ੍ਰਣਾਮ ਕੀਤਾ। ਕੱਲਾ ਤਾਂ ਨਹੀਂ ਆਇਆ? ਨਹੀਂ ਮਾਤਾ। ਕੀ ਨਹੀਂ ਦੱਸਣਾ ਉਹ ਭੁੱਲ ਗਿਆ ਸੀ। ਮਾਵਾਂ ਨੂੰ ਕਿਤੇ ਇਸ ਤਰ੍ਹਾਂ ਸੁਨੇਹੇ ਦੇਈਦੇ ਨੇ ਮਰਦਾਨਿਆਂ? ਠੀਕ ਕਿਹਾ ਮਾਤਾ। ਗਲੀ 'ਚੋਂ ਜਦ ਵੀ ਕੋਈ ਸਾਧੂ ਲੰਘਦਾ ਜਾਪਦਾ ਨਾਨਕ ਆ ਗਿਆ। ਸਭ ਫਕੀਰਾਂ 'ਚ ਚੰਦਰੇ ਨੇ ਆਪਣੇ ਭੁਲੇਖੇ ਪਾ ਦਿੱਤੇ ਨੇ। ਮਰਦਾਨੇ ਨੂੰ ਜਾਪਿਆ ਉਹਨੂੰ ਕੁਝ ਪਲਾਂ ਲਈ ਕੀ ਹੋ ਗਿਆ ਸੀ। ਜੋ ਸੋਚਿਆ ਸੀ ਉਸ ਤਰ੍ਹਾਂ ਦਾ ਇੱਕ ਵੀ ਉੱਤਰ ਨਹੀਂ ਸੀ ਦਿੱਤਾ। ਇਹ ਗੁਰੂ ਤੇ ਮਾਂ 'ਚ ਕੀ ਵਖਰੇਵਾਂ ਹੈ? ਕਦੇ ਕਦੇ ਬਹੁਤ ਨੇੜੇ ਜਾਪਦੇ ਨੇ, ਕਦੇ ਇੱਕ ਦੂਜੇ ਕੋਲੋਂ ਦਿਸਦੇ ਵੀ ਨਹੀਂ। ਜਦੋਂ ਮਰਦਾਨਾ ਵਾਪਸ ਬਾਲੇ ਦੇ ਖੂਹ ਤੇ ਪੁੱਜਿਆ ਉਦੋਂ ਤੱਕ ਗੁੱਸੇ 'ਚ ਗੁਫਾਵਾਂ ਬਣਦੇ ਮੂੰਹ ਸਧਾਰਨ ਹਾਲਤ ਵਿੱਚ ਆ ਗਏ ਸਨ। ਮਾਤਾ ਤ੍ਰਿਪਤਾ ਤੇ ਸੁਲੱਖਣੀ ਖੂਹ ਦੀ ਮੌਣ ਨਾਲ ਢੋਹ ਲਾ ਕੇ ਬੈਠੀਆਂ ਸਨ। ਪਿਤਾ ਕਾਲੂ ਤੇ ਚਾਚਾ ਲਾਲੂ ਥੋੜ੍ਹਾ ਪਿੱਛੇ ਹਟਦੇ ਤੇ ਕੁਝ ਯਾਦ ਕਰਦੇ, ਫਿਰ ਉਹਦੇ ਕੋਲ ਜਾ ਕੇ ਗੱਲ ਸ਼ੁਰੂ ਕਰਦੇ। ਜੇ ਮੋਦੀਖਾਨੇ 'ਚ ਰਹਿ ਕੇ ਵੀ ਫਕੀਰ ਹੀ ਬਣ ਕੇ ਨਿਕਲਣਾ ਸੀ, ਫਿਰ ਗਿਆ ਹੀ ਕਿਉਂ ਸੀ ਸੁਲਤਾਨਪੁਰ? ਚਾਚੇ ਦੀ ਤਲਖ ਆਵਾਜ਼ ਸੁਣੀ। ਕਦੇ ਕਦੇ ਨਾਨਕ ਆਪਣੇ ਆਪ ਨੂੰ ਛੂੰਹਦਾ, ਜਿਵੇਂ ਫਲਾਂ ਲੱਦਿਆ ਕੋਈ ਦਰਖਤ ਪੱਕੇ ਫਲ ਟੋਹ ਵਿਦਾ ਕਰ ਰਿਹਾ ਹੋਵੇ। ਉਹਦੇ ਸਾਦੇ ਬੋਲਾਂ ਦੀ ਮਿਠਾਸ ਸੁਣ ਕੇ ਉਹ ਦੁਬਾਰਾ ਗੁੱਸੇ ਹੋਣ ਦੀ ਕੋਸ਼ਿਸ਼ ਕਰਦੇ, ਪਰ ਅਜਿਹਾ ਕਰਦੇ ਕਰਦੇ ਉਹ ਥੱਕ ਚੁੱਕੇ ਸਨ।
ਜਦੋਂ ਸਭ ਨਾਨਕ ਨੂੰ ਇਕੱਲਾ ਛੱਡ ਕੇ ਤੁਰੇ, ਮਰਦਾਨੇ ਦਾ ਮਨ ਭਰ ਆਇਆ। ਇਸ ਤਰ੍ਹਾਂ ਵੱਡੇ ਵਡੇਰਿਆਂ ਦਾ ਹਾਰ ਕੇ ਜਾਣਾ ਅੰਦਰ ਇੱਕ ਖੋਜ ਹੀ ਲਾ ਰਿਹਾ ਸੀ। ਚਲੋ ਰਾਏ ਬੁਲਾਰ ਕੋਲ ਚੱਲਦੇ ਹਾਂ, ਉਹਦੀ ਤਾਂ ਮੰਨੇਗਾ ਹੀ। ਚਾਚੇ ਨੇ ਘੋੜੀ ਦੀ ਲਗਾਮ ਵੱਡੇ ਭਾਈ ਨੂੰ ਫੜਾਤੀ। ਪਿਤਾ ਕੁਝ ਜ਼ਿਆਦਾ ਹੀ ਸੋਗ 'ਚ ਆ ਗਿਆ ਸੀ। ਰਾਏ ਜੀ ਇੱਕ ਪੈਰ ਗੱਲਾਂ ਕਰਦੇ ਗਏ ਨੇ। ਤੁਹਾਤੋਂ ਪਹਿਲਾਂ ਉਹੀ ਤਾਂ ਬੈਠੇ ਸਨ। ਗੱਲਾਂ 'ਚ ਤਾਂ ਇਉਂ ਲੱਗਦਾ ਸੀ ਵੀ ਪਿੰਡ ਵੱਲ ਹੁਣ ਤੁਰਿਆ ਕਿ ਹੁਣ ਤੁਰਿਆ। ਪਿੱਠ ਪਿੱਛੇ ਖੜੀ ਦੌਲਤਾਂ ਸ਼ਾਇਦ ਤ੍ਰਿਪਤਾ ਤੇ ਸੁਲੱਖਣੀ ਨੂੰ ਦਿਲਾਸਾ ਦੇਣਾ ਚਾਹੁੰਦੀ ਸੀ। ਹੌਲੀ ਹੌਲੀ ਉਹ ਲੋਕ ਵੀ ਚਲੇ ਗਏ ਜੋ ਮਹਿਤਾ ਕਾਲੂ ਨੂੰ ਖੜੇ ਕੁਝ ਦੂਰੀ ਤੋਂ ਵੇਖ ਰਹੇ ਸਨ। ਕੁਛ ਦੇਰ ਬਾਬੇ ਕੋਲ ਬੈਠਾ ਬਾਲਾ ਵੀ ਆਪਣੇ ਖੇਤਾਂ 'ਚ ਕੰਮ ਕਰਨ ਚਲਾ ਗਿਆ। ਮਾਤਾ ਤ੍ਰਿਪਤਾ ਨੇ ਕਈ ਵਾਰ ਪਿੱਛੇ ਵੱਲ ਵੇਖਿਆ। ਫਿਰ ਜਦੋਂ ਸਭ ਦਿਸਣੋਂ ਹਟ ਗਏ ਤਾਂ ਮਰਦਾਨੇ ਦਾ ਗੱਲ ਤੋਰਨ ਨੂੰ ਜੀ ਕੀਤਾ। ਅੱਜ ਕੱਲ੍ਹ ਤਲਵੰਡੀ 'ਚ ਬੜਾ ਰੌਲਾ ਪਿਆ ਬਾਬਾ ਕਿ ਕਾਲੂ ਦਾ ਪੁੱਤ ਤਿਆਗੀ ਹੋ ਗਿਆ। ਤਿਆਗ ਤਾਂ ਮਰਦਾਨਿਆਂ ਕੋਈ ਕੀਤਾ ਹੀ ਨਹੀਂ। ਜੋ ਆਪਣਾ ਨਹੀਂ ਸੀ ਉਹੀ ਛੱਡਿਆ। ਪਰ ਬਾਬਾ ਕੋਈ ਹੋਰ ਕਿਉਂ ਸਾਡੇ ਤੇ ਦਾਅਵਾ ਕਰਦਾ ਹੈ? ਫਿਰ ਉਸ ਦਾਅਵੇ ਤੋਂ ਅੰਦਰ ਪੀੜ ਕਿਉਂ ਹੁੰਦੀ ਹੈ ਜਦੋਂ ਆਪਣਾ ਹੈ ਹੀ ਨਹੀਂ? ਜੋ ਆਪਣਾ ਨਹੀਂ ਹੈ ਉਸੇ ਤੋਂ ਤਾਂ ਪੀੜ ਹੁੰਦੀ ਹੈ। ਜੋ ਆਪਣਾ ਹੈ ਉਹ ਤੋਂ ਤਾਂ ਰਸ ਆਉਂਦਾ ਹੈ। ਬਾਬਾ ਇਹਨਾਂ ਡੂੰਘਾਈਆਂ 'ਚ ਮੇਰਾ ਹਾਲੇ ਵੀ ਦਮ ਘੁੱਟਦਾ ਹੈ। ਮੈਂ ਤਲਵੰਡੀ ਤੋਂ ਮਸਾਂ ਨਿਕਲ ਕੇ ਆਇਆ। ਮੈਨੂੰ ਆਪਣੇ ਵਾਂਗ ਮੋਹ ਸਾਹਮਣੇ ਅੜ ਕੇ ਬੈਠਣ ਦੀ ਤਾਕਤ ਦੇ। ਮੈਨੂੰ ਮੋਹ ਦੇ ਢਾਸਣਿਆਂ ਤੋਂ ਬਿਨਾਂ ਤਲਵੰਡੀ 'ਚ ਘੁੰਮਣ ਦੇ ਸ਼ੌਕ ਸਿਖਾ ਦੇ ਬਾਬਾ। ਜਦੋਂ ਮਰਦਾਨੇ ਦੀ ਨਜ਼ਰ ਦੁਬਾਰਾ ਰਸਤੇ ਵੱਲ ਗਈ, ਉਹਨੂੰ ਮਾਤਾ ਤ੍ਰਿਪਤਾ, ਸੁਲੱਖਣੀ ਤੇ ਦੌਲਤਾਂ ਵਾਪਸ ਪਿੰਡ ਵੱਲ ਜਾਂਦੀਆਂ ਦਿਸੀਆਂ। ਜੀ ਤਾਂ ਕਰਦਾ ਸੀ ਉਹ ਸਾਨੂੰ ਸੁਣਦੀਆਂ ਅਜਿਹੀ ਕਿਹੜੀ ਇੰਨੀ ਉਦਾਸ ਕਰਨ ਵਾਲੀ ਗੱਲ ਸੁਣ ਲਈ ਕਿ ਜਾਣ ਲੱਗੀਆਂ ਦੱਸ ਕੇ ਵੀ ਨਹੀਂ ਗਈਆਂ। ਥੋੜ੍ਹੀ ਦੇਰ ਲਈ ਮਰਦਾਨੇ ਨੂੰ ਸਾਹਮਣੇ ਸਿਰਫ ਤਲਵੰਡੀ ਦਿਸਦਾ ਰਿਹਾ। ਇਹ ਮਾਵਾਂ ਦਾ ਪਿੰਡ ਸੀ। ਇਹ ਉਹਨੂੰ ਵੀ ਪਤਾ ਸੀ ਵੀ ਇਸ ਤਰ੍ਹਾਂ ਵਾਪਸ ਨਹੀਂ ਮੁੜ ਹੋਣਾ। ਹਾਲੇ ਰਬਾਬ ਘਰ ਪਈ ਸੀ। ਫਿਰ ਬਾਬੇ ਦੀ ਬਹੁਤ ਸਾਦੀ ਆਵਾਜ਼ ਸੁਣੀ, ਮਰਦਾਨਿਆ ਘਰ ਦੀ ਦੇ ਖਬਰਸਾਰ। ਅੱਬਾ ਦੇ ਅਗਲੇ ਦੰਦ ਟੁੱਟ ਗਏ। ਅੰਮੀ ਦੀ ਕਮਰ ਝੁਕ ਗਈ। ਬੇਗਮ ਦੀ ਦਾੜ ਦੁਖਦੀ ਸੀ। ਬੱਚੇ ਬੇਪਰਵਾਹ ਸਨ। ਇੱਕ ਵਾਰ ਫਿਰ ਤਲਵੰਡੀ ਵੱਲੋਂ ਘੋੜ ਸਵਾਰ ਆਉਂਦੇ ਦਿਸੇ। ਰਾਏ ਬੁਲਾਰ ਨਾਲ ਸਿਆਮਾ ਪੰਡਤ ਤੇ ਸੇਵਕ ਹਮੀਦਾ ਵੀ ਸੀ। ਇੱਕ ਵਾਰ ਰਾਏ ਬੁਲਾਰ ਨੇ ਝੁੱਕ ਕੇ ਸਲਾਮ ਕੀਤਾ। ਪੈਗੰਬਰ ਦੇ ਸਫ਼ਰ ਤਾਂ ਪਤਾ ਨਹੀਂ ਕਦੋਂ ਮੁੱਕਣਗੇ। ਇੱਕ ਅਰਜ਼ ਏ, ਜੇ ਇੱਕ ਵਾਰ ਮੇਰੇ ਘਰ ਚੱਲੋ ਤਾਂ। ਬਾਬੇ ਨੂੰ ਉੱਠਦਾ ਵੇਖੋ ਖਿੜਖੜਾ ਕੇ ਹੱਸ ਪਿਆ। ਜਾ ਓਏ ਸਾਮਿਆਂ, ਪਕਵਾਨ ਤਿਆਰ ਕਰਾਂ। ਚੱਲ ਹਮੀਦਿਆ ਤੂੰ ਵੀ ਨਾਲ, ਘੋੜੇ ਵੀ ਲੈ ਜਾਓ। ਮੈਂ ਪੀਰਾਂ ਦੇ ਪਿੱਛੇ ਪਿੱਛੇ ਆਉਣਾ ਹੈ। ਦੇਰ ਰਾਤ ਤੱਕ ਪਕਵਾਨ ਪੱਕਦੇ ਰਹੇ। ਬਾਬੇ ਦੇ ਕਹਿਣ ਤੇ ਪਿੰਡ ਦੇ ਕਮੀ ਕਮੀਣਾਂ ਨੂੰ ਸੱਦਾ ਦਿੱਤਾ ਗਿਆ। ਹਵੇਲੀ ਤੋਂ ਕਿਲੇ 'ਚ ਰੌਣਕਾਂ ਲੱਗ ਗਈਆਂ। ਮਹਿਤਾ ਕਾਲੂ, ਮਾਤਾ ਤ੍ਰਿਪਤੀ ਤੇ ਸੁਲੱਖਣੀ ਵੀ ਬੱਚਿਆਂ ਨਾਲ ਆਏ ਸੀ। ਇਸ ਜਸ਼ਨ 'ਚ ਬਾਰ-ਬਾਰ ਮਾਤਾ ਬਾਬੇ ਵੱਲ ਹੈਰਾਨਗੀ ਨਾਲ ਵੇਖਦੀ ਰਹੀ। ਉਹਦੇ ਭਗਵੇਂ ਕੱਪੜੇ ਤੇ ਨੂਰੋ ਨੂਰ ਚਿਹਰਾ। ਪੁੱਤ ਕਿਤੋਂ ਉਦਾਸ ਤਾਂ ਜਾਪਦਾ ਹੀ ਨਹੀਂ ਸੀ। ਮਰਦਾਨੇ ਨੇ ਵੀ ਅੰਮੀ ਨੂੰ ਆਪਣੇ ਪੂਰੇ ਪਰਿਵਾਰ ਨਾਲ ਕਤਾਰ 'ਚ ਬੈਠੇ ਖਾਂਦਿਆਂ ਵੇਖਿਆ। ਹਵੇਲੀ ਤੇ ਬਲਦੀਆਂ ਮਸ਼ਾਲਾਂ ਅੱਜ ਦੁੱਗਣੀਆਂ ਕਰਤੀਆਂ ਸੀ। ਉਹ ਚਿਹਰੇ ਵੀ ਜਿਹੜੇ ਯਾਦਾਂ 'ਚ ਕਿਤੇ ਭੁੱਲੇ ਵਿਸਰੇ ਸਨ, ਅੱਜ ਦੇ ਜਸ਼ਨ 'ਚ ਦੁਬਾਰਾ ਵੇਖ ਲਏ ਸਨ। ਜਦੋਂ ਮਰਦਾਨਾ ਵਾਪਸ ਆਇਆ ਤਾਂ ਅੰਮੀ ਨੇ ਆਪਣੀ ਮੰਜੀ ਅੰਦਰ ਖਿੱਚ ਲਈ ਸੀ। ਹਨੇਰੀ ਰਾਤ ਸੀ। ਉਂਝ ਵੀ ਇਹਨਾਂ ਘਰਾਂ 'ਚ ਦੀਵਾ ਬਹੁਤ ਥੋੜ੍ਹੀ ਦੇਰ ਲਈ ਬਲਦਾ ਸੀ, ਪਰ ਬੇਗਮ ਦੀਵਾ ਬਾਲ ਕੇ ਬੈਠੀ ਸੀ। ਦੀਵੇ ਦੀ ਉੱਠਦੀ ਲੋ ਬੇਗਮ ਦੇ ਸਾਹਾਂ ਨਾਲ ਪੱਤੇ ਵਾਂਗ ਹਿਲਦੀ। ਅੱਜ ਰਾਏ ਬੁਲਾਰ ਦਾ ਸੁਆਦੀ ਭੋਜਨ ਕਰਕੇ ਸਭ ਖੁਸ਼ ਸਨ। ਸ਼ਾਇਦ ਇਸੇ ਲਈ ਸੱਸ ਬਹੂ ਆਰਾਮ ਨਾਲ ਗੱਲਾਂ ਕਰ ਰਹੀਆਂ ਸਨ। ਦੌਲਤਾਂ ਦੱਸਦੀ ਸੀ ਚੰਦੋ ਨਾਨਕੀ ਨੂੰ ਤੋਮਤਾ ਲਾ ਕੇ ਆਈਏ। ਹੋਰ ਕੀ ਕਵੇ ਉਹ, ਇੱਕੋ ਇੱਕ ਧੀ ਏ। ਬੇਗਮ ਦੀ ਆਵਾਜ਼ ਆਈ। ਆਖੇ ਜੇ ਤੈਨੂੰ ਪਤਾ ਸੀ ਤੇਰਾ ਭਾਈ ਸਾਧ ਏ, ਤੂੰ ਮੇਰੀ ਧੀ ਦਾ ਰਿਸ਼ਤਾ ਕਿਉਂ ਲੈ ਕੇ ਗਈ? ਠੀਕ ਕਿਹਾ। ਨਿੱਗਰ ਸਾਹਾਂ ਨਾਲ ਦੀਵੇ ਦੀ ਲਾਟ ਹੋਰ ਕੰਬੀ। ਪਰ ਉਹ ਵੀ ਮੇਰੇ ਪੁੱਤ ਵਾਂਗ ਨਾਨਕ ਦੀ ਹਿਮੈਤਣ ਏ। ਆਖੇ ਮੇਰਾ ਵੀਰ ਅਰਸ਼ਾਂ ਦਾ ਹੈ। ਹੁਣ ਘਰ ਵਾਲੇ ਨੂੰ ਤੀਵੀਆਂ ਨੇ ਤਾਰਿਆਂ ਵਾਂਗ ਤਾਂ ਦੂਰੋਂ ਵੇਖਣਾ ਨਹੀਂ, ਇਹ ਤਾਂ ਨਾਨਕੀ ਨੂੰ ਵੀ ਪਤਾ ਹੈ। ਅੰਮੀ ਥੋੜ੍ਹੀ ਦੇਰ ਲਈ ਚੁੱਪ ਕਰ ਗਈ ਸੀ। ਬਾਹਰ ਜਿਵੇਂ ਅੱਗੇ ਰੋਜ਼ ਹੁੰਦਾ, ਮਰਾਸੀਆਂ ਦੇ ਕਿਤੇ ਅਚਾਨਕ ਸ਼ੋਰ ਪਿਆ ਤੇ ਆਪ ਹੀ ਖਤਮ ਹੋ ਗਿਆ। ਥੋੜ੍ਹੀ ਦੇਰ ਬਾਅਦ ਉਹੀ ਗੁੱਸੈਲੀਆਂ ਆਵਾਜ਼ਾਂ ਠਹਾਕੇ ਲਾਉਂਦੀਆਂ ਸੁਣੀ। ਅੱਜ ਤਾਂ ਭਾਂਤ-ਭਾਂਤ ਦੇ ਪਕਵਾਨ ਖਾਧੇ ਹੋਏ ਨੇ, ਅੱਜ ਨਹੀਂ ਮਰਾਸੀ ਬਹਿਸਦੇ ਚੰਗੇ ਲੱਗਦੇ। ਇਸ ਤੋਂ ਬਾਅਦ ਫਿਰ ਉੱਚੀ-ਉੱਚੀ ਸਹਿਮਤੀਆਂ ਦੇ ਹਾਸੇ ਸੁਣੇ। ਬੇਗਮ ਨੇ ਨਿੱਕੇ-ਨਿੱਕੇ ਸਾਹਾਂ ਨਾਲ ਬਿਸਤਰਾ ਵਿਛਾਇਆ ਜੋ ਆਏ ਗਏ ਲਈ ਰੱਖਿਆ ਸੀ। ਤੇਰਾ ਤਾਂ ਧੀ ਨੇ ਵੀ ਸਿਦਕ ਨਹੀਂ ਤੋੜਿਆ। ਕਦੇ ਕਾਕੋ ਨੂੰ ਯਾਦ ਕਰਿਆ? ਆ ਪਿਛਲੇ ਮਹੀਨੇ ਹੀ ਮਿਲ ਕੇ ਆਇਆ। ਤੇਰਾ ਕਿਵੇਂ ਜੀਅ ਕਰ ਗਿਆ? ਬਾਬੇ ਨੇ ਕਿਹਾ ਸੀ। ਯਕੀਨ ਨਹੀਂ ਆਉਂਦਾ। ਆਪ ਤਾਂ ਨਾਨਕ ਸਕਿਆਂ ਵੱਲ ਝਾਕਦਾ ਵੀ ਨਹੀਂ। ਅਸੀਂ ਬੀਬੀ ਨਾਨਕੀ ਦੇ ਪਿੰਡੋਂ ਸਿੱਧੇ ਕਾਕੋ ਵੱਲ ਹੀ ਗਏ ਸੀ।
ਕੁਝ ਵਸਤਾਂ ਨਾਨਕੀ ਨੇ ਦੇਤੀਆਂ, ਕੁਝ ਭਗੀਰਥ ਲਾਹੌਰੋਂ ਖਰੀਦ ਦਿੱਤੀਆਂ ਸਨ। ਕਾਕੋ ਖੁਸ਼ ਸੀ। ਤੂੰ ਚੰਗਾ ਕੀਤਾ ਪੁੱਤ। ਅੰਮੀ ਨੇ ਕਰਥੜ ਲੈ ਲਈ ਸੀ। ਟਿੱਕੀ ਰਾਤ 'ਚ ਦੂਰ ਕਿਤੇ ਤੀਵੀਆਂ ਦੇ ਗਾਉਣ ਦੀ ਆਵਾਜ਼ ਆ ਰਹੀ ਸੀ। ਕਿੰਨੀ ਦੂਰ ਏ ਕਾਸ਼ੀ ਤੇਰੀ ਪੰਡਤਾ ਨੀ, ਤੂੰ ਹੋਣੀ ਏ ਕਿਉਂ ਚਿਰ ਲਾਇਆ। ਫਿਰ ਮਰਦਾਨੇ ਦੇ ਗਲ 'ਚ ਪਾਏ ਤਵੀਤਾਂ ਦੀ ਆਵਾਜ਼ ਆਈ। ਪੈਣ ਲੱਗੇ ਤਾਂ ਇਹ ਲਾ ਦਿਓ। ਹੁਣ ਕਿਹੜੇ ਸਫ਼ਰ 'ਚੋਂ, ਸਵੇਰੇ ਇੱਥੇ ਹੀ ਪਏ ਮਿਲ ਜਾਣਗੇ। ਪਿੰਡ ਸੌਂ ਚੁੱਕਾ ਸੀ। ਬਾਹਰੋਂ ਕਦੇ ਕਦੇ ਠੰਡੀ ਠਾਰ ਹਵਾ ਅੰਦਰ ਆਉਂਦੀ। ਅੱਜ ਸਿਰ 'ਤੇ ਵੇਖਣ ਲਈ ਅਸਮਾਨ ਵੀ ਨਹੀਂ ਸੀ। ਕਿਤੇ ਨੇੜੇ ਇੱਕ ਨੰਨ੍ਹੇ ਜਿਹੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਇਹ ਉਹੀ ਰੋਣਾ ਸੀ ਜਿਸ ਬਾਰੇ ਬਾਬਾ ਅਕਸਰ ਮੁਸਕਰਾ ਕੇ ਕਹਿੰਦਾ ਸੀ, ਬੱਚਾ ਵਾਪਸ ਪ੍ਰੇਮ 'ਚ ਆਉਣ ਲਈ ਰੋਂਦਾ ਹੈ। ਤੀਜੇ ਪੈਰ ਦੀ ਧੁੱਪ ਦਾ ਪਰਛਾਵਾਂ ਜਦੋਂ ਥੋੜ੍ਹਾ ਠੰਡਾ ਹੋਣ ਲੱਗਿਆ ਤਾਂ ਮਰਦਾਨੇ ਨੇ ਵੇਖਿਆ ਬਾਬਾ ਹੱਸਦਾ ਹੋਇਆ ਅੰਦਰ ਆ ਰਿਹਾ ਸੀ। ਉਹਨੇ ਪੂਰਾ ਝੁੱਕ ਕੇ ਅੰਮੀ ਦੇ ਪੈਰੀਂ ਹੱਥ ਲਾਇਆ। ਵੇ ਤੁਸੀਂ ਤਾਂ ਦੋਵੇਂ ਲਿੱਸੇ ਹੋ ਗਏ ਹੋ। ਅੰਮੀ ਨੇ ਦੋਵੇਂ ਹੱਥ ਇਕੱਠੇ ਕਰਕੇ ਉਹਦੇ ਸਿਰ ਉੱਪਰ ਘੁਮਾਏ। ਬਾਬੇ ਨੇ ਘਰ ਦੀ ਇੱਕ ਇੱਕ ਚੀਜ਼ ਵੱਲ ਨਜ਼ਰ ਘੁਮਾਈ। ਬਿਲਕੁਲ ਅੰਮੀ ਕੋਲ ਸਾਹਮਣੇ ਜ਼ਮੀਨ 'ਤੇ ਬੈਠ ਗਿਆ। ਅੰਮੀ ਦੀ ਛੋਟੀ ਜਿਹੀ ਮੰਜੀ ਸੀ। ਦੂਜੇ ਬੰਦੇ ਲਈ ਜਗ੍ਹਾ ਨਹੀਂ ਸੀ। ਵੇ ਨਾਨਕਾ, ਤੂੰ ਤਾਂ ਮੇਰੇ ਮਰਦਾਨੇ ਨਾਲੋਂ ਵੀ ਝੱਲਾ ਹੈ। ਬਾਬੇ ਨੇ ਝੁੱਕ ਕੇ ਹੁੰਗਾਰਾ ਭਰਿਆ। ਅੰਮੀ ਨੇ ਲੰਬਾ ਸਾਹ ਭਰਿਆ। ਵੇ ਝੱਲਿਓ, ਸਾਰੀ ਦੁਨੀਆ ਦਾ ਫਿਕਰ ਚੁੱਕੀ ਫਿਰਦੇ ਹੋ, ਕਦੀ ਮਾਵਾਂ ਦਾ ਵੀ ਧਿਆਨ ਕੀਤਾ? ਅੰਮੀ, ਅਸੀਂ ਤਾਂ ਤੁਹਾਡੇ ਚਰਨਾਂ 'ਚ ਹਾਂ, ਤੁਸੀਂ ਤਾਂ ਨਜ਼ਰਾਂ 'ਚ ਵੀ ਨਹੀਂ ਰਹਿੰਦੇ ਪੁੱਤ। ਮਮਤਾ ਤੇ ਭਗਤਾਂ 'ਚ ਛਿੜੀ ਗੱਲਬਾਤ ਬਹੁਤ ਕੋਮਲ ਹੋ ਗਈ ਸੀ। ਮਰਦਾਨੇ ਦਾ ਜੀ ਕਰਦਾ ਸੀ ਦੋਵਾਂ ਦਾ ਸੰਵਾਦ ਜਾਰੀ ਰਵੇ। ਫਿਰ ਹੌਲੀ ਹੌਲੀ ਨਾਨਕ ਘਰ ਤੋਂ ਬਾਹਰ ਜਾਂਦਾ ਦਿਸਿਆ। ਅੰਮੀ ਦੀ ਭਾਵੁਕ ਆਵਾਜ਼ ਸੁਣੀ। ਇਸ ਤਰ੍ਹਾਂ ਜਾਂਦੇ ਪੁੱਤ ਮਾਵਾਂ ਨੂੰ ਕਦੀ ਨਹੀਂ ਪਾਉਂਦੀ। ਨੀਵੀਂ ਚਗਾੜ ਥੱਲੇ ਝੁਕਿਆ ਬਾਬਾ ਲੰਘਣ ਤੇ ਕਬੂਲਣ ਦੇ ਦੋਵੇਂ ਹੁੰਗਾਰੇ ਇੱਕੋ ਸਮੇਂ ਭਰ ਗਿਆ। ਸ਼ਾਮ ਵੇਲੇ ਅੱਜ ਕਈ ਸਾਲਾਂ ਬਾਅਦ ਅੰਮੀ ਨੂੰ ਮਸੀਤ ਤੇ ਮੰਦਰ ਅੱਗੇ ਗਾਉਣ ਦੀ ਆਵਾਜ਼ ਸੁਣੀ। ਤੁਰ ਤੁਰ ਕੇ ਸੁਣਦੇ, ਪੀਰਨ ਪਿੰਜਾ ਤੇ ਭੰਗੀ ਆਪ ਮੁਹਾਰੇ ਬੋਲਦੇ ਸੁਣਦੇ। ਕੋਈ ਮੁੱਦਤਾਂ ਬਾਅਦ ਅੱਜ ਕਬੀਰ ਦੇ ਦੋਹੇ ਸੁਣੇ। ਛੋਟੀ ਜਿਹੀ ਕੰਧ ਉੱਪਰੋਂ ਅੰਮੀ ਨਜ਼ਰ ਮਾਰਦੀ। ਕੁਝ ਲੋਕ ਸੁਣ ਰਹੇ ਦਿਸਦੇ, ਕੁਝ ਸੁਣ ਸੁਣ ਕੇ ਲੰਘਦੇ ਦਿਸਦੇ। ਤੁਸੀਂ ਨਹੀਂ ਪੁੱਤ ਬਿਲਕੁਲ ਵੀ ਬਦਲੇ, ਅੰਮੀ ਇਹ ਕਹਿ ਫੇਰ ਵਾਪਸ ਮੰਜੀ ਤੇ ਬੈਠ ਜਾਂਦੀ ਤੇ ਕੁਝ ਦੇਰ ਬਾਅਦ ਉੱਠ ਫੇਰ ਕੰਧ ਕੋਲ ਚਲੀ ਆਉਂਦੀ। ਜੇ ਭੰਗੀਆਂ ਕਮੀਣਾਂ ਲਈ ਹੀ ਗਾਉਣਾ ਸੀ ਤਾਂ ਇੱਥੇ ਤਲਵੰਡੀ 'ਚ ਬਥੇਰੇ ਨੇ, ਬਾਹਰ ਸਫ਼ਰਾਂ ਤੇ ਕਿਉਂ ਜਾਂਦੇ ਨੇ? ਬਹੂ ਦੀ ਆਵਾਜ਼ ਸੁਣ ਅੰਮੀ ਫੇਰ ਉੱਠ ਕੇ ਕੰਧ ਉੱਪਰੋਂ ਵੇਖਣ ਲੱਗੀ। ਲੈ ਕਹਿਣ ਦੀ ਦੇਰ ਸੀ, ਉਹ ਜਾਂਦੇ ਨੇ ਦੋਵੇਂ ਚੰਦਰੀਏ। ਕਿਤੇ ਨਹੀਂ ਜਾਂਦੇ, ਹਾਲੇ ਕਾਸਾ ਘਰ ਹੀ ਪਿਆ। ਸਵੇਰ ਹਰੇਕ ਸਵੇਰ ਵਰਗੀ ਸੀ, ਪਰ ਅੱਜ ਅੰਦਰ ਵਿਛੋੜਾ ਸੀ। ਬੇਗਮ ਵੱਡੇ ਤੜਕੇ ਚੱਕੀਆਂ ਦੀ ਆਵਾਜ਼ ਨਾਲ ਜਾਗ ਪਈ ਸੀ। ਘਰ 'ਚ ਪਾਂਡੋ ਦੀ ਕੱਚੀ ਤੋਈ ਦੀ ਖੁਸ਼ਬੂ ਆ ਰਹੀ ਸੀ। ਜਦੋਂ ਉਹਨੇ ਰਬਾਬ ਕਿੱਲੇ ਤੋਂ ਉਤਾਰ ਪੰਡੋਕਲੀ 'ਤੇ ਰੱਖੀ ਤਾਂ ਬੇਗਮ ਨੇ ਅੱਖਾਂ ਅੱਗੇ ਹੱਥ ਰੱਖ ਲਏ। ਉਹਦੀ ਆਖਰੀ ਇੱਛਾ ਹੰਝੂਆਂ ਵਿੱਚ ਹੀ ਸੀ। ਇਹ ਅੱਖਾਂ ਇੱਕ ਹੀ ਤਰ੍ਹਾਂ ਦੇ ਅਥਰੂਆਂ ਤੋਂ ਜਾਣੂ ਸਨ। ਮਰਦਾਨਾ ਕੁਝ ਕਹਿਣ ਤੋਂ ਬਚ ਰਿਹਾ ਸੀ ਤੇ ਕੁਝ ਸੁਣਨ ਤੋਂ ਬਚ ਰਹੀ ਸੀ। ਫਿਰ ਮਰਦਾਨੇ ਨੇ ਇੱਕੋ ਮੰਜੀ 'ਤੇ ਪਏ ਸਾਜਿਦ ਵਾਜਿਦ ਦੇ ਸਿਰਾਂ 'ਤੇ ਹੱਥ ਫੇਰਿਆ। ਜਾਣ ਬਾਰੇ ਸੁਣ ਕੇ ਅੱਬਾ ਤਾਂ ਕਦੋਂ ਦਾ ਘਰੋਂ ਨਿਕਲ ਗਿਆ ਸੀ। ਅੰਮੀ ਨੇ ਕੁਝ ਬਾਜਰੇ ਦੀਆਂ ਰੋਟੀਆਂ ਪੰਡੋਕਲੀ 'ਚ ਰੱਖਤੀਆਂ ਸੀ। ਫਿਰ ਉਹ ਕੰਬਦੇ ਸਰੀਰ ਨੂੰ ਸੰਭਾਲਦੀ ਉਹਦੀ ਬਾਂਹ ਫੜ ਕੇ ਲਿੱਪੀ ਜਗ੍ਹਾ ਕੋਲ ਲੈ ਗਈ। ਉਹਨੇ ਖਾਲੀ ਅਸਮਾਨ ਵੱਲ ਵੇਖਿਆ। ਬੀਤੀ ਰਾਤ ਜਿਸ ਜੁਗਤ ਨਾਲ ਅਸਮਾਨ ਨੇ ਤਾਰਿਆਂ ਨੂੰ ਸਾਂਭਿਆ ਸੀ, ਕੀ ਤਲਵੰਡੀ ਇਹਨੂੰ ਨਹੀਂ ਸੀ ਸਾਂਭ ਸਕਦੀ? ਮਰਦਾਨਾ ਇੱਕ ਟਿੱਕ ਕੋਲ ਖੜੀ ਅੰਮੀ ਵੱਲ ਵੇਖਦਾ ਰਿਹਾ। ਪੁੱਤ ਮਾਵਾਂ ਵੱਲ ਪੀਰਾਂ ਫਕੀਰਾਂ ਵਾਂਗ ਨਹੀਂ ਵੇਖੀਦਾ। ਜਾਣ ਲੱਗਿਆ ਤਾਂ ਪੁੱਤ ਦੀ ਝਲਕ ਵਿਖਾ। ਅੰਮੀ, ਇਸ ਲੰਬੀ ਲੈ ਵਿੱਚ ਉਹਨੇ ਪੁੱਤ ਹੋਣ ਦੀ ਧੁਨ ਪੂਰੀ ਕੀਤੀ। ਦੇਲੀ ਤੇ ਦੌਲਤਾਂ ਸੁਨੇਹਾ ਲੈ ਕੇ ਖੜੀ ਸੀ। ਉਹ ਤਾਂ ਖੂਹ 'ਤੇ ਵੀ ਪਹੁੰਚ ਗਏ ਨੇ। ਕਿੰਨੀ ਵਾਰ ਕਹਿਣ ਤੇ ਅੰਮੀ ਨੇ ਪੰਡੋਕਲੀ ਨਹੀਂ ਛੱਡੀ। ਕਈ ਵਾਰ ਮਰਦਾਨੇ ਕਿਹਾ ਵੀ, ਅੰਮੀ ਤੂੰ ਰਬਾਬ ਫੜ ਲੈ, ਇਹ ਹੌਲੀ ਹੈ। ਪਰ ਉਹ ਸਿਰ 'ਤੇ ਪੰਡੋਕਲੀ 'ਚੋਂ ਖੜੀ ਰਹੀ। ਅੰਮੀ ਦੇ ਕਹਿਣ 'ਤੇ ਵੀ ਅੱਲਾ ਰੱਖੀ ਨਾਲ ਨਹੀਂ ਤੁਰੀ। ਕੀ ਕਹਿਣਗੇ ਲੋਕ? ਮਾਂ ਤੇ ਬੇਗਮ ਪੁੱਤ ਨੂੰ ਵੈਰਾਗ ਲਈ ਛੱਡਣ ਚੱਲੀਆਂ। ਮਾਵਾਂ ਨੇ ਤਾਂ ਅੱਗੇ ਵੀ ਜੋਗੀ ਪੁੱਤ ਘਰੋਂ ਤੋਰੇ ਨੇ, ਮੈਥੋਂ ਨਹੀਂ ਇਹ ਹੋਣਾ। ਰੋਂਦੀ ਰੱਖੀ ਨੂੰ ਅੰਮੀ ਨੇ ਬਾਹੋਂ ਫੜ ਖੜਾ ਕਰ ਲਿਆ। ਘਰੋਂ ਬਾਹਰ ਨਿਕਲ ਮਰਦਾਨੇ ਨੇ ਇੱਕ ਵਾਰ ਫੇਰ ਮੰਦਰ ਤੇ ਮਸਜਿਦ ਨੂੰ ਚੰਗੀ ਤਰ੍ਹਾਂ ਵੇਖਿਆ। ਅੱਗੇ ਬਾਬੇ ਦੇ ਬਾੜੇ 'ਚ ਉਹਦੀ ਸਾਂਭੀ ਹਲ ਪੰਜਾਲੀ ਨਜ਼ਰ ਪਈ। ਇਹ ਤਲਵੰਡੀ ਨੂੰ ਛੱਡਣ ਵੇਲੇ ਉਦਾਸੀ ਚਿਹਰਿਆਂ ਤੋਂ ਉੱਠ ਕੇ ਜਗਾਵਾਂ ਕੋਲ ਕਿੱਥੇ ਪਹੁੰਚ ਜਾਂਦੀ ਏ। ਅੱਗੇ ਸੁਦੇ ਪੰਡਤ ਦੀ ਗਲੀ ਆ ਗਈ। ਗਲੀ ਸਿਰੇ ਤੱਕ ਖਾਲੀ ਪਈ ਸੀ। ਜੀ ਕਰਦਾ ਸੀ ਕੋਈ ਹੋਰ ਵੀ ਉਹਨੂੰ ਜਾਂਦੇ ਹੋਏ ਨੂੰ ਵੇਖੇ। ਅੰਮੀ ਨੇ ਮੋੜ ਕੇ ਦੋਵੇਂ ਬਾਹਾਂ ਸਿਰ ਉੱਪਰ ਦੀ ਪੰਡੋਕਲੀ 'ਤੇ ਰੱਖੀਆਂ। ਥੋੜ੍ਹੀ
ਪਿੱਛੇ ਕਦੇ-ਕਦੇ ਬੇਗਮ ਦੀ ਸਿਸਕਣ ਦੀ ਆਵਾਜ਼ ਸੁਣਦੀ। ਅੱਗੇ ਪਿੰਡ ਤੋਂ ਬਾਹਰ ਨਿਕਲਦਾ ਰਸਤਾ ਦਿਸਣ ਲੱਗ ਪਿਆ ਸੀ। ਬੈਠੇ ਪੰਛੀਆਂ ਦੀ ਉਡਾਰੀ ਤੋਂ ਪਹਿਲਾਂ ਚਹਿਕਣਾ ਸੁਣਨ ਲੱਗਾ। ਜਾਪਿਆ ਤੁਰਿਆ ਕਈ ਪਹਿਰ ਬੀਤ ਗਏ ਨੇ। ਤਲਵੰਡੀ 'ਚ ਆ ਕੇ ਛਿਣ ਵੱਡੇ ਹੋ ਜਾਂਦੇ ਨੇ। ਹੋ ਗਏ ਨੇ ਕੀ? ਬਾਬੇ ਨਾਲ ਵੀ ਘਰੋਂ ਕੋਈ ਬੰਦਾ ਨਹੀਂ ਸੀ ਆਇਆ। ਖੂਹ ਨਾਲ ਖੜੀ ਨਿੰਮ ਦੀ ਛਾਂ ਤੋਂ ਇੱਕ ਪਾਸੇ ਚੜ੍ਹਦੀ ਧੁੱਪ ਨਾਲ ਮਾਤਾ ਤ੍ਰਿਪਤਾ ਤੇ ਸੁਲੱਖਣੀ ਬੈਠੀਆਂ ਸਨ। ਉਹਨਾਂ ਪਿੱਛੇ ਦੌਲਤਾਂ ਖੜੀ ਸੀ। ਚੌਂਕੜੀ ਮਾਰ ਬੈਠਾ ਬਾਬਾ ਇੱਦਾਂ ਬੈਠਾ ਸੀ ਜਿਵੇਂ ਕਿਤੇ ਜਾਣਾ ਹੀ ਨਾ ਹੋਵੇ। ਤੇ ਜਦੋਂ ਪੁੱਜੇ ਉਦੋਂ ਤੱਕ ਮਾਤਾ ਤੇ ਸੁਲੱਖਣੀ ਸ਼ਾਇਦ ਆਖਰੀ ਕੋਸ਼ਿਸ਼ ਕਰ ਬੈਠੀਆਂ ਸਨ। ਇਸੇ ਲਈ ਮਾਤਾ ਕਹਿ ਰਹੀ ਸੀ, ਤੂੰ ਕਿਹਦਾ ਭੁਲਾਵਾ ਏ ਪੁੱਤ? ਗੱਲ ਕਹਿ ਉਹ ਪੁੱਤ ਦੇ ਗਲ ਵਿਚਲੀ ਮਾਲਾ 'ਚ ਪਰੋਏ ਕਈ ਔਖੇ ਆਕਾਰਾਂ ਵੱਲ ਵੇਖਦੀ। ਤੂੰ ਦੱਸਦਾ ਸੀ ਤੂੰ ਕਿਹੜੀ ਬੇੜੀ ਤਾਰਨੀ ਹੈ? ਫਿਰ ਨਾ ਚਾਹੁੰਦੇ ਹੋਏ ਵੀ ਉਹਦੇ ਪਹਿਰਾਵੇ ਵੱਲ ਨਜ਼ਰ ਮਾਰਦੀ। ਭਗਵੇ ਰੰਗ ਦਾ ਲੰਬਾ ਚੋਗਾ, ਲੱਕ ਦੁਆਲੇ ਚਿੱਟੀ ਪੇਟੀ, ਸਿਰ ਤੇ ਭਗਵੀਂ ਪੱਗ, ਮੱਥੇ ਤਿਲਕ, ਕਈ ਰੰਗਾਂ 'ਚ ਲਿਬੜਿਆ ਪੁੱਤ ਪਛਾਣਿਆ ਨਹੀਂ ਸੀ ਜਾ ਰਿਹਾ। ਤੂੰ ਬੁੱਲਾਂ ਨੂੰ ਖੇਚਲ ਤਾਂ ਦੇ ਪੁੱਤ, ਜੇ ਤੇਰਾ ਕੋਈ ਦੁੱਖ ਸੁਣ ਸਕਾਂ। ਮਰਦਾਨੇ ਨੂੰ ਅਸਮਾਨ ਤੇ ਹਲਕੇ ਹਲਕੇ ਉੱਡਦੇ ਬੱਦਲ ਦਿਸੇ। ਬਾਬੇ ਦੀ ਚੁੱਪ ਵੀ ਤਾਂ ਉੱਡਦੀ ਏ, ਜਿਵੇਂ ਬੱਦਲ ਪਾਣੀ ਨੂੰ ਸਾਂਭ ਉੱਡਦੇ ਰਹਿੰਦੇ ਨੇ ਜਦੋਂ ਤੱਕ ਉਡਾਣ ਦੀ ਨਿਮਰਤਾ ਧਰਤੀ ਉੱਤੇ ਤਰਲ ਹੋ ਕੇ ਨਹੀਂ ਉਤਰਦੀ। ਵਿਛੜਿਆ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ, ਸਾਹਿਬ ਸੋਸਾ ਲਾਈ ਹੈ ਜਿਨ ਕਰ ਦੇਖਿਆ ਖੇਲ। ਅੱਜ ਬਾਬੇ ਨੇ ਮਾਂ ਸਾਹਮਣੇ ਬੈਠ ਕੇ ਪਹਿਲੀ ਵਾਰ ਗਾਇਆ। ਮਰਦਾਨੇ ਨੇ ਦੋ ਮਮਤਾਵਾਂ ਦਾ ਸਿਖਰ ਵੇਖਿਆ। ਆਮਣੇ ਸਾਹਮਣੇ ਕੋਈ ਦਾਵਾ ਵੀ ਨਹੀਂ ਸੀ, ਬਸ ਆਪੋ ਆਪਣੀ ਮਮਤਾ ਦਾ ਵੈਰਾਗ ਸੀ, ਜਿਸ 'ਚ ਚਿਹਰਿਆਂ ਤੇ ਵਿਛੋੜੇ ਦੀ ਸੁੰਦਰਤਾ ਸੀ। ਨਿਮਰਤਾ ਕਿਸੇ ਆਖਰੀ ਪੜਾਅ ਵੱਲ ਵਹਿ ਤੁਰੀ ਸੀ। ਬੇਵੱਸ ਸੀ ਤਾਂ ਰਬਾਬ, ਮਾਂ ਨੂੰ ਗਾਵੇ ਜਾਂ ਗੁਰੂ ਲਈ ਧੁਨ ਕੱਢੇ। ਮਰਦਾਨੇ ਨੇ ਕਈ ਵਾਰ ਅੱਖਾਂ ਸਾਫ਼ ਕੀਤੀਆਂ। ਸਾਫ਼ ਅੱਖਾਂ 'ਚ ਬੈਠੀ ਅੰਮੀ ਤੇ ਬੇਗਮ ਵੀ ਦਿਸ ਪੈਂਦੀਆਂ। ਫਿਰ ਥੋੜ੍ਹੀ ਦੇਰ ਲਈ ਚੁੱਪ ਵਰਤ ਗਈ। ਬਾਬਾ ਚੁੱਪਚਾਪ ਉੱਠਿਆ। ਵੇਖਦਿਆਂ ਵੇਖਦਿਆਂ ਉਹਦਾ ਆਕਾਰ ਤੁਰਨਾ ਬਣ ਗਿਆ। ਫਿਰ ਉਹਦੇ ਪਿੱਛੇ ਤੁਰਿਆ ਜਾਂਦਾ ਮਰਦਾਨਾ ਦਿਸਿਆ। ਇੱਕ ਹੀ ਨਜ਼ਰ ਨਾਲ ਦੋ ਆਕਾਰਾਂ ਨੂੰ ਵੇਖਦੀਆਂ ਮਾਵਾਂ ਚੁੱਪ ਹੋ ਗਈਆਂ। ਫਿਰ ਤ੍ਰਿਪਤਾ ਨੇ ਮਰਦਾਨੇ ਨੂੰ ਆਪਣੇ ਪੁੱਤ ਦੇ ਨੇੜੇ ਹੁੰਦਾ ਵੇਖਿਆ। ਇੱਕ ਹੀ ਨਜ਼ਰ ਨਾਲ ਦੋਵਾਂ ਲਈ ਦੁਆ ਮੰਗੀ। ਪਿੱਠ ਪਿੱਛੇ ਵਸਦਾ ਤਲਵੰਡੀ ਸੀ। ਅੱਗੇ ਦੂਰ ਤੱਕ ਤਲਵੰਡੀ ਦੇ ਖੇਤਾਂ ਦੀ ਝਲਕ ਸੀ। ਫਿਰ ਦੋ ਆਕਾਰ ਹੌਲੀ ਹੌਲੀ ਖੇਤਾਂ 'ਚੋਂ ਲੰਘਦੇ ਦਿਸਣੋਂ ਹਟ ਗਏ। ਤ੍ਰਿਪਤਾ ਦਾ ਜੀ ਅੱਜ ਮਰਾਸੀਆਂ ਦੀ ਗਲੀ 'ਚੋਂ ਦੀ ਲੰਘਣ ਨੂੰ ਕੀਤਾ ਤੇ ਇਹ ਵੀ ਖਾਹਿਸ਼ ਜਾਗੀ ਕਿ ਉਸ ਛੋਟੇ ਘਰ ਦੀ ਦੇਹਲੀ ਅੱਗੇ ਜਾ ਕੇ ਕਬੂਲਾਂ ਬੇਦੀਆਂ ਦੀ ਕੁੱਲ ਤੇਰੀ ਦੇਣਦਾਰ ਏ ਡੂਮਾ। ਧੰਨਵਾਦ।